start chapter 5, class 10, science. Chapter name is periodic classification of elements. ਪੰਜਾਬੀ ਵਿੱਚ ਤੱਤਾਂ ਦਾ ਆਵਰਤੀ ਵਰਗੀਕਰਨ। ਤੁਸੀਂ ਕਲਾਸ 9th ਵਿੱਚ ਪੜ੍ਹਿਆ ਸੀ ਕਿ ਐਲੀਮੈਂਟਸ ਕੀ ਹੁੰਦੇ ਨੇ। ਵਨ ਟਾਈਪ ਆਫ ਐਟਮਸ ਨੂੰ ਐਲੀਮੈਂਟਸ ਕਹਿੰਦੇ ਆ। ਕਲਾਸੀਫਿਕੇਸ਼ਨ ਦਾ ਕੀ ਮਤਲਬ ਹੁੰਦਾ ਹੈ ਕਿ ਗਰੁੱਪਿੰਗ ਕਰਨੀ ਹੈ ਐਲੀਮੈਂਟਸ ਦੀ ਉਹਨਾਂ ਦੇ ਪ੍ਰੋਪਰਟੀਜ਼ ਦੇ ਅਕੋਰਡਿੰਗ। ਸਿਮਿਲਰ ਪ੍ਰੋਪਰਟੀਜ਼ ਵਾਲਿਆਂ ਨੂੰ ਅਲੱਗ ਲਿਖ ਦੇਣਾ ਤੇ ਡਿਸਿਮਿਲਰ ਪ੍ਰੋਪਰਟੀਜ਼ ਵਾਲਿਆਂ ਨੂੰ ਅਲੱਗ ਕਰ ਦੇਣਾ। ਤੇ ਸਾਰੇ ਚੈਪਟਰ ਵਿੱਚ ਕਲਾਸੀਫਿਕੇਸ਼ਨ ਪੜਾਂਗੇ ਐਲੀਮੈਂਟਸ ਦੀ। ਐਲੀਮੈਂਟਸ ਟੋਟਲ ਨੰਬਰ ਆਫ ਐਲੀਮੈਂਟਸ ਕਿੰਨੇ ਨੇ ਹੁਣ ਤੱਕ ਜਿਨ੍ਹਾਂ ਦੀ ਜਾਣਕਾਰੀ ਮਿਲੀ ਆ ਹੋਵੇਗੀ 118। ਤੇ ਇਸ ਤੋਂ ਪਹਿਲਾਂ ਜਦੋਂ ਇੰਨੇ ਐਲੀਮੈਂਟਸ ਨਹੀਂ ਨੋਨ ਸੀਗੇ, ਨਹੀਂ ਪਤਾ ਸੀਗੇ ਇੰਨੇ ਐਲੀਮੈਂਟਸ, ਤਾਂ ਉਦੋਂ ਡਿਫਰੈਂਟ ਟਾਈਮ ਪੀਰੀਅਡ ਦੇ ਵਿੱਚ ਡਿਫਰੈਂਟ ਸਾਇੰਟਿਸਟ ਨੇ ਪ੍ਰੋਪਰਟੀਜ਼ ਦੇ ਕਿਹੜੇ ਪੈਟਰਨ ਲਗਾ ਕੇ ਐਲੀਮੈਂਟਸ ਦੀ ਆਰਗੇਨਾਈਜੇਸ਼ਨ ਕੀਤੀ, ਉਹਨਾਂ ਨੂੰ ਅਰੇਂਜ ਕੀਤਾ। ਉਹਦੇ ਬਾਰੇ ਡਿਸਕਸ ਕਰਾਂਗੇ ਵਨ ਬਾਏ ਵਨ। ਸਭ ਤੋਂ ਪਹਿਲਾਂ ਇਹਦੇ ਵਿੱਚ ਪੜ੍ਹਨਾ ਹੈ ਡੋਬਰੇਨੀਅਰਸ ਟ੍ਰਾਇਡਸ। ਡੋਬਰੇਨੀਅਰ ਟ੍ਰਾਇਡਸ ਕਿਹਨੇ ਬਣਾਇਆ ਸੀ? ਇੱਕ ਜਰਮਨ ਕੈਮਿਸਟ ਜੌਨ ਵੋਲਫਗੈਂਗ ਡੋਬਰੇਨੀਅਰ। ਟ੍ਰਾਇਡਸ ਦਾ ਕੀ ਮਤਲਬ ਹੁੰਦਾ? 3। ਉਹਨੇ ਕੀ ਕੀਤਾ ਸੀ? ਐਲੀਮੈਂਟਸ ਨੂੰ ਗਰੁੱਪਸ ਵਿੱਚ ਵੰਡਤਾ ਸੀ ਤੇ ਹਰੇਕ ਗਰੁੱਪ ਦੇ ਵਿੱਚ 3 ਐਲੀਮੈਂਟਸ ਰੱਖਦੇ ਸੀ। 1817 ਵਿੱਚ 33 ਐਲੀਮੈਂਟਸ ਤੋਂ ਘੱਟ ਐਲੀਮੈਂਟਸ ਦੀ ਜਾਣਕਾਰੀ ਮਿਲੀ ਸੀ। ਤੇ ਡੋਬਰੇਨੀਅਰ ਟ੍ਰਾਇਡਸ ਇਹ ਸਾਇੰਟਿਸਟ ਨੇ ਕੀ ਕਿਹਾ ਸੀਗਾ ਇਹਦੇ ਵਿੱਚ? ਵੈਨ ਐਲੀਮੈਂਟਸ ਆਰ ਅਰੇਂਜਡ ਇਨ ਇਨਕਰੀਜ਼ਿੰਗ ਆਰਡਰ ਆਫ देयर ਐਟੋਮਿਕ ਮਾਸ ਇਨ ਗਰੁੱਪ ਆਫ 3 ਟ੍ਰਾਇਡਸ। ਵੀ ਜਦੋਂ ਐਲੀਮੈਂਟਸ ਨੂੰ ਅਰੇਂਜ ਕੀਤਾ ਗਿਆ ਇਨਕਰੀਜ਼ਿੰਗ ਆਰਡਰ ਆਫ देयर ਐਟੋਮਿਕ ਮਾਸ, ਮਤਲਬ ਐਟੋਮਿਕ ਮਾਸ ਦਾ ਨੂੰ ਅਰੇਂਜ ਕੀਤਾ ਗਿਆ ਇਨਕਰੀਜ਼ਿੰਗ ਆਰਡਰ ਦੇ ਵਿੱਚ ਐਲੀਮੈਂਟਸ ਨੂੰ ਗਰੁੱਪਸ ਦੇ ਵਿੱਚ, ਤੇ ਹਰੇਕ ਗਰੁੱਪ ਵਿੱਚ 3 ਐਲੀਮੈਂਟਸ ਰੱਖੇ ਗਏ। ਦੈਨ ਦ ਅਰਥਮੈਟਿਕ ਮੀਨ ਆਫ ਮਾਸ ਆਫ ਫਸਟ ਐਂਡ ਥਰਡ ਐਲੀਮੈਂਟ ਇਜ਼ ਫਾਊਂਡ ਅਪਰੋਕਸੀਮੇਟ ਇਕੁਅਲ ਟੂ ਮਾਸ ਆਫ ਸੈਂਟਰਲ ਐਟਮ। ਤਾਂ ਜਦੋਂ ਮੀਨ ਕੱਢਿਆ ਪਹਿਲੇ ਅਤੇ ਤੀਜੇ ਐਲੀਮੈਂਟ ਦਾ, ਮਤਲਬ 1 ਪਹਿਲੇ ਅਤੇ ਤੀਜੇ ਐਲੀਮੈਂਟ ਨੂੰ ਪਲੱਸ ਕਰਕੇ 2 ਨਾਲ ਡਿਵਾਈਡ ਕੀਤਾ, ਤਾਂ ਉਹਦੀ ਜਿਹੜੀ ਵੈਲਿਊ ਆਈ ਆ ਉਹ ਕਿਹਦੇ ਬਰਾਬਰ ਆਈ? ਜਿਹੜਾ ਸੈਂਟਰ ਵਾਲਾ ਐਟਮ ਸੀ ਉਹਦੇ ਮਾਸ ਦੇ ਬਰਾਬਰ। ਜਿਵੇਂ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਡੋਬਰੇਨੀਅਰ ਟ੍ਰਾਇਡਸ ਨੇ 3 ਟ੍ਰਾਇਡ ਬਣਾਏ ਸੀਗੇ, ਟ੍ਰਾਇਡ 1, ਟ੍ਰਾਇਡ 2 ਤੇ ਟ੍ਰਾਇਡ 3। ਟ੍ਰਾਇਡ ਦਾ ਮਤਲਬ ਹੁੰਦਾ 3 ਤਾਂ 3 ਐਲੀਮੈਂਟਸ ਉਹਨੇ ਇਹਦੇ ਵਿੱਚ ਰੱਖਦੇ ਸੀ। ਪਹਿਲੇ ਵਿੱਚ ਲਿਥੀਅਮ ਦਾ ਐਟੋਮਿਕ ਮਾਸ ਹੁੰਦਾ 7, ਸੋਡੀਅਮ ਦਾ 23 ਤੇ ਪੋਟਾਸ਼ੀਅਮ ਦਾ 39। ਤੇ ਇਹਦੇ ਰੂਲ ਦੇ ਅਕੋਰਡਿੰਗ ਜਦੋਂ ਪਹਿਲੇ ਅਤੇ ਤੀਜੇ ਦੇ ਮਾਸ ਦਾ ਮੀਨ ਕੱਢਾਂਗੇ, ਦੋਨਾਂ ਨੂੰ ਪਲੱਸ ਕਰਕੇ 2 ਨਾਲ ਡਿਵਾਈਡ ਕਰਾਂਗੇ, ਤਾਂ ਉਹਦਾ ਆਨਸਰ ਆਊਗਾ ਸੈਂਟਰ ਵਾਲੇ ਦੇ ਮਾਸ ਦੇ ਇਕੁਅਲ। ਸੈਂਟਰ ਵਾਲੇ ਦੇ ਮਾਸ ਦੇ ਇਕੁਅਲ ਵੈਲਿਊ ਆ ਜੂਗੀ। ਸਿਮਿਲਰਲੀ ਟ੍ਰਾਇਡ 2 ਦੇ ਵਿੱਚ ਆਊਗੀ, ਸਿਮਿਲਰਲੀ ਟ੍ਰਾਇਡ 3 ਦੇ ਵਿੱਚ। ਉਸ ਟਾਈਮ ਜਿੰਨੇ ਐਲੀਮੈਂਟਸ ਨੋਨ ਸੀਗੇ ਸਾਰਿਆਂ ਤੇ ਇਹ ਵਾਲਾ ਰੂਲ ਲਾਗੂ ਨਹੀਂ ਹੁੰਦਾ ਸੀਗਾ, ਤਾਂ ਕਰਕੇ ਸਾਰੇ ਐਲੀਮੈਂਟਸ ਲਈ ਐਪਲੀਕੇਬਲ ਨਹੀਂ ਹੈਗਾ। ਇਹਦੀ ਮੇਨ ਲਿਮਿਟੇਸ਼ਨ ਆ। ਨੈਕਸਟ ਟੌਪਿਕ ਇਹਦੇ ਵਿੱਚ ਨਿਊਲੈਂਡਸ ਲਾਅ ਆਫ ਆਕਟੇਵਸ। ਇਹ ਵਾਲਾ ਲਾਅ ਇੱਕ ਇੰਗਲਿਸ਼ ਸਾਇੰਟਿਸਟ ਜੌਨ ਨਿਊਲੈਂਡ ਨੇ ਦਿੱਤਾ ਸੀ 1866 ਦੇ ਵਿੱਚ। ਉਹਨੇ ਐਲੀਮੈਂਟਸ ਨੂੰ ਅਰੇਂਜ ਕੀਤਾ ਸੀ। ਉਸ ਟਾਈਮ 56 ਐਲੀਮੈਂਟਸ ਹੀ ਮਿਲੇ ਸੀਗੇ, 56 ਐਲੀਮੈਂਟਸ ਹੀ ਨੋਨ ਸੀਗੇ, ਇਹਨਾਂ ਦੀ ਹੀ ਜਾਣਕਾਰੀ ਮਿਲੀ ਸੀ। ਇਸ ਲਾਅ ਦੇ ਅਕੋਰਡਿੰਗ ਇਫ ਐਲੀਮੈਂਟਸ ਆਰ ਅਰੇਂਜਡ ਬਾਈ ਦ ਇਨਕਰੀਜ਼ਿੰਗ ਆਰਡਰ ਆਫ देयर ਐਟੋਮਿਕ ਮਾਸਿਸ, ਕਹਿੰਦੇ ਕਿ ਐਲੀਮੈਂਟਸ ਨੂੰ ਅਰੇਂਜ ਕੀਤਾ ਉਹਨਾਂ ਦੇ ਇਨਕਰੀਜ਼ਿੰਗ ਆਰਡਰ ਆਫ देयर ਐਟੋਮਿਕ ਮਾਸਿਸ, ਐਟੋਮਿਕ ਮਾਸ ਦੇ ਅਕੋਰਡਿੰਗ ਉਹਨਾਂ ਨੂੰ ਅਰੇਂਜ ਕੀਤਾ ਗਿਆ। ਪ੍ਰੋਪਰਟੀ ਆਫ ਐਵਰੀ 8th ਐਲੀਮੈਂਟ ਵਿਲ ਬੀ ਸਿਮਿਲਰ ਟੂ ਇਟਸ ਰਿਸਪੈਕਟਿਵ ਫਸਟ ਵਨ। ਤੇ ਉਹਨੇ ਕਿਹਾ ਸੀ ਕਿ 8ਵੇਂ ਐਲੀਮੈਂਟ ਦੀ ਪ੍ਰੋਪਰਟੀ ਸੇਮ ਹੋਊਗੀ ਪਹਿਲੇ ਐਲੀਮੈਂਟ ਦੇ ਪ੍ਰੋਪਰਟੀਜ਼ ਦੇ ਨਾਲ। ਨਿਊਲੈਂਡ ਲਾਅ ਆਫ ਆਕਟੇਵਸ। ਨਿਊਲੈਂਡ ਨੇ ਅਰੇਂਜ ਕੀਤੇ ਸੀਗੇ ਐਲੀਮੈਂਟਸ ਨੂੰ ਆਕਟੇਵਸ ਦੇ ਅਕੋਰਡਿੰਗ। ਆਕਟੇਵਸ ਕੀ ਹੁੰਦੇ ਆ? ਸਰਗਮ ਹੁੰਦੇ ਆ। ਮਿਊਜ਼ਿਕ ਵਿੱਚ ਸਰਗਮ ਹੁੰਦੇ ਆ, 7 ਸਰਗਮ ਹੁੰਦੇ ਆ, ਸਾ ਰੇ ਗਾ ਮਾ ਪਾ ਦਾ ਨੀ। ਉਸ ਤੋਂ ਬਾਅਦ ਨੀ ਤੋਂ ਬਾਅਦ ਫਿਰ ਤੋਂ ਸਾ ਤੋਂ ਸਟਾਰਟ ਹੁੰਦਾ, ਠੀਕ ਆ। ਤਾਂ ਮਤਲਬ ਪਹਿਲਾ ਅਤੇ 8ਵਾਂ, ਜੋ ਪਹਿਲਾ ਤੇ 8ਵਾਂ ਐਲੀਮੈਂਟ ਹੋਊਗਾ ਉਹਨਾਂ ਦੀ ਪ੍ਰੋਪਰਟੀਜ਼ ਨੂੰ ਉਹਨੇ ਸੇਮ ਕਿਹਾ ਕਿ ਪਹਿਲੇ ਤੇ 8ਵੇਂ ਐਲੀਮੈਂਟ ਦੀ ਪ੍ਰੋਪਰਟੀਜ਼ ਸੇਮ ਹੋਣਗੀਆਂ। ਪਹਿਲੇ ਨੰਬਰ ਤੇ ਹਾਈਡਰੋਜਨ ਆ, ਹਾਈਡਰੋਜਨ ਤੋਂ ਬਾਅਦ 8ਵੇਂ ਨੰਬਰ ਤੇ 1 2 3 4 5 6 7 8 ਫਲੋਰੀਨ। ਫਲੋਰੀਨ
ਇਹਨਾਂ ਦੋਨਾਂ ਦੀ ਪ੍ਰੋਪਰਟੀ ਸੇਮ ਹੋਊਗੀ, ਫਲੋਰੀਨ ਦੀ ਫਿਰ ਕਲੋਰੀਨ ਨਾਲ ਸੇਮ ਹੋਊਗੀ। ਤੇ ਜੇ ਲਿਥੀਅਮ ਤੋਂ ਸਟਾਰਟ ਕਰਦੇ ਹਾਂ ਤਾਂ ਲਿਥੀਅਮ ਦੇ ਕੋਰਸਪੋਂਡਿੰਗ ਸੋਡੀਅਮ ਆਉਂਦਾ ਹੈ, ਇਹਨਾਂ ਦੀ ਪ੍ਰੋਪਰਟੀਜ਼ ਸੇਮ ਹੋਣਗੀਆਂ। 8ਵਾਂ ਐਲੀਮੈਂਟ ਲਿਥੀਅਮ ਤੋਂ ਬਾਅਦ ਸੋਡੀਅਮ, ਤੇ ਸੋਡੀਅਮ ਤੋਂ ਬਾਅਦ ਪੋਟਾਸ਼ੀਅਮ। ਸਿਮਿਲਰਲੀ ਅੱਗੇ ਬੈਰੀਲੀਅਮ ਤੇ ਮੈਗਨੀਸ਼ੀਅਮ ਦੀ ਸੇਮ ਪ੍ਰੋਪਰਟੀਜ਼, ਤੇ ਮੈਗਨੀਸ਼ੀਅਮ ਕੈਲਸ਼ੀਅਮ ਦੀ। ਇਹਦੀਆਂ ਵੀ ਕੁਝ ਲਿਮਿਟੇਸ਼ਨਸ ਨੇ। ਪਹਿਲੀ ਲਿਮਿਟੇਸ਼ਨਸ ਤਾਂ ਇਹ ਆ ਕਿ ਜੋ ਨੇ ਕਿਹਾ ਕਿ ਪਹਿਲੇ ਅਤੇ 8ਵੇਂ ਐਲੀਮੈਂਟ ਦੀ ਪ੍ਰੋਪਰਟੀ ਸੇਮ ਹੋਣਗੀਆਂ, ਇਹ ਵਾਲਾ ਰੂਲ, ਇਹ ਵਾਲਾ ਲਾਅ ਸਿਰਫ ਕੈਲਸ਼ੀਅਮ ਤੱਕ ਹੀ ਲਾਗੂ ਹੁੰਦਾ, ਉਸ ਤੋਂ ਬਾਅਦ ਲਾਗੂ ਨਹੀਂ ਹੁੰਦਾ, ਅੱਗੇ ਐਪਲੀਕੇਬਲ ਨਹੀਂ ਹੁੰਦਾ। ਦੂਜੀ ਲਿਮਿਟੇਸ਼ਨ ਉਹਨੇ ਇਹ ਕਹੀ ਸੀ ਕਿ ਸਿਰਫ ਨੇਚਰ ਵਿੱਚ 56 ਐਲੀਮੈਂਟਸ ਹੀ ਐਗਜ਼ਿਸਟ ਕਰਦੇ ਆ, 56 ਤੋਂ ਬਾਅਦ ਐਲੀਮੈਂਟਸ ਡਿਸਕਵਰ ਹੀ ਨਹੀਂ ਹੋਣਗੇ। ਬਟ ਉਸ ਤੋਂ ਬਾਅਦ ਕਈ ਨਿਊ ਐਲੀਮੈਂਟਸ ਵੀ ਡਿਸਕਵਰ ਹੋਏ ਨੇ। ਤੀਜੀ ਲਿਮਿਟੇਸ਼ਨ ਇਹ ਆ ਕਿ ਨਿਊਲੈਂਡ ਨੇ 2 ਐਲੀਮੈਂਟਸ ਨੂੰ ਇੱਕੋ ਹੀ ਸਲੋਟ ਵਿੱਚ ਰੱਖਤਾ, ਅਤੇ ਅਨਲਾਈਕ ਮਤਲਬ ਕਿ ਜਿਨ੍ਹਾਂ ਦੀ ਪ੍ਰੋਪਰਟੀਜ਼ ਨਹੀਂ ਮਿਲਦੀਆਂ ਸੀਗੀਆਂ ਉਹਨਾਂ ਨੂੰ ਇੱਕੋ ਹੀ ਗਰੁੱਪ ਵਿੱਚ ਰੱਖਤਾ ਸੀ ਉਹਨੇ। ਜਿਵੇਂ ਹਾਈਡਰੋਜਨ, ਫਲੋਰੀਨ, ਕਲੋਰੀਨ, ਬ੍ਰੋਮੀਨ, ਇਹ ਨੋਨ ਮੈਟਲਸ ਨੇ। ਨੋਨ ਮੈਟਲਸ ਦੇ ਵਿੱਚ ਕਾਪਰ ਐਂਡ ਕੋਬਾਲਟ ਐਂਡ ਨਿਕਲ, ਇਹ ਵਾਲੀ ਮੈਟਲਸ ਨੇ। ਮੈਟਲਸ ਨੂੰ ਨੋਨ ਮੈਟਲਸ ਦੇ ਵਿੱਚ ਰੱਖਤਾ ਸੀਗਾ, ਜਦ ਕਿ ਨਿਕਲ ਦੀਆਂ ਪ੍ਰੋਪਰਟੀਜ਼ ਕਿਹਦੇ ਨਾਲ ਮਿਲਦੀਆਂ ਨੇ? ਆਇਰਨ ਦੇ ਨਾਲ। ਇਹਨਾਂ ਨੂੰ ਅਲੱਗ ਕਰਤਾ ਸੀ। ਇਨ ਟੈਕਸਟ ਕੁਐਸਚਨ ਪਹਿਲਾ ਡਿਡ ਡੋਬਰੀਨੀਅਰ ਟ੍ਰਾਈਡਸ ਆਲਸੋ ਐਗਜ਼ਿਸਟ ਇਨ ਦ ਕਾਲਮਸ ਆਫ ਨਿਊਲੈਂਡਸ ਆਕਟੇਵਸ। ਕਹਿੰਦੇ ਕਿ ਡੋਬਰੀਨੀਅਰ ਟ੍ਰਾਈਡਸ ਨਿਊਲੈਂਡ ਆਕਟੇਵਸ ਵਿੱਚ ਵੀ ਐਗਜ਼ਿਸਟ ਕਰਦੇ ਆ। ਇਹਦਾ ਆਨਸਰ ਹੈ ਯੈਸ, ਕਿਉਂਕਿ ਜਿਹੜੇ ਡੋਬਰੀਨੀਅਰ ਟ੍ਰਾਈਡਸ ਵਿੱਚ ਸੀਗੇ ਲਿਥੀਅਮ, ਸੋਡੀਅਮ, ਪੋਟਾਸ਼ੀਅਮ, ਇਹ ਵਾਲੇ ਨਿਊਲੈਂਡ ਆਕਟੇਵ ਵਿੱਚ ਵੀ ਦੇਖੇ ਗਏ ਨੇ। ਲਿਥੀਅਮ, ਸੋਡੀਅਮ, ਪੋਟਾਸ਼ੀਅਮ, ਠੀਕ ਆ। ਤੇ ਲਿਮਿਟੇਸ਼ਨਸ ਤਾਂ ਹੋ ਗਈਆਂ ਸੀ ਡੋਬਰੀਨੀਅਰ ਦੀਆਂ ਤੇ ਨਿਊਲੈਂਡ ਲਾਅ ਦੀਆਂ। Now we will start chapter 5, the next topic, Mendeleev's periodic table. Mendeleev ਇੱਕ ਸਾਇੰਟਿਸਟ ਦਾ ਨਾਮ ਹੈ, ਇੱਕ ਰਸ਼ੀਅਨ ਕੈਮਿਸਟ ਸੀ। ਇਹਦਾ ਫੁੱਲ ਨੇਮ ਹੈ ਡਿਮਿਟਰੀ ਇਵਾਨੋਵਿਚ ਮੈਂਡਲੀਵ। 1872 ਦੇ ਵਿੱਚ 63 ਐਲੀਮੈਂਟਸ ਨੋਨ ਹੋਏ ਸੀ। ਇਹਨੇ ਇਹਨਾਂ ਦੀ ਅਰੇਂਜਮੈਂਟ ਕੀਤੀ ਸੀ, ਇਹਨਾਂ ਦੀ ਪ੍ਰੋਪਰਟੀਜ਼ ਦੇ ਅਕੋਰਡਿੰਗ ਇਹਨਾਂ ਦੀ ਅਰੇਂਜਮੈਂਟ ਕੀਤੀ ਸੀ। ਹੋਰ ਵੀ ਸਾਇੰਟਿਸਟ ਨੇ ਕੀਤੀ ਸੀ, ਬਟ ਮੇਨ ਕ੍ਰੈਡਿਟ ਮੈਂਡਲੀਵ ਨੂੰ ਹੀ ਜਾਂਦਾ। ਇਹਦੀ ਮੇਨ ਕੰਟਰੀਬਿਊਸ਼ਨ ਆ ਪੀਰੀਓਡਿਕ ਟੇਬਲ ਵਿੱਚ ਅਰੇਂਜਮੈਂਟ ਕਰਨ ਦੀ ਐਲੀਮੈਂਟਸ ਦੀ। ਇਹ ਮੈਂਡਲੀਵ ਨੇ ਜਿਹੜਾ ਪੀਰੀਓਡਿਕ ਲਾਅ ਦਿੱਤਾ ਸੀਗਾ ਉਹ ਕੀ ਸੀਗਾ? ਦ ਪ੍ਰੋਪਰਟੀਜ਼ ਆਫ ਐਲੀਮੈਂਟਸ ਆਰ ਪੀਰੀਓਡਿਕ ਫੰਕਸ਼ਨਸ ਆਫ ਦੇਅਰ ਐਟੋਮਿਕ ਮਾਸਿਸ। ਕਿ ਐਲੀਮੈਂਟਸ ਦੀਆਂ ਪ੍ਰੋਪਰਟੀਜ਼ ਕੀ ਤੇ ਡਿਪੈਂਡ ਕਰਨਗੀਆਂ? ਉਹਨਾਂ ਦੇ ਐਟੋਮਿਕ ਮਾਸਿਸ ਤੇ। ਪ੍ਰੋਪਰਟੀਜ਼ ਕਿਹੜੀਆਂ ਹੁੰਦੀਆਂ? ਫਿਜ਼ੀਕਲ ਪ੍ਰੋਪਰਟੀਜ਼ ਤੇ ਕੈਮੀਕਲ ਪ੍ਰੋਪਰਟੀਜ਼। ਮੈਂਡਲੀਵ ਨੇ ਮੇਨ ਫੋਕਸ ਕੈਮੀਕਲ ਪ੍ਰੋਪਰਟੀਜ਼ ਤੇ ਕੀਤਾ ਸੀ। ਉਹਨੇ ਹਾਈਡਰੋਜਨ ਤੇ ਆਕਸੀਜਨ ਨੂੰ ਸਿਲੈਕਟ ਕੀਤਾ ਸੀ, ਕਿਉਂਕਿ ਇੱਕ ਤਾਂ ਇਹ ਰਿਐਕਟਿਵ ਨੇ, ਰਿਐਕਟਿਵ ਐਲੀਮੈਂਟਸ ਨੇ, ਤੇ ਕੰਪਾਊਂਡ ਵੀ ਬਾਕੀਆਂ ਨਾਲ ਜਲਦੀ ਬਣਾ ਲੈਂਦੇ ਆ। ਮੈਂਡਲੀਵ ਨੇ ਇਹ ਵਾਲਾ ਪੀਰੀਓਡਿਕ ਟੇਬਲ ਬਣਾਇਆ ਸੀ। ਇਹਦੇ ਵਿੱਚ ਜਿਹੜੇ ਵਰਟੀਕਲ ਕਾਲਮਸ ਨੇ ਇਹ ਗਰੁੱਪਸ ਨੇ, ਤੇ ਹੌਰੀਜ਼ੋਨਟਲ ਰੋਜ਼ ਨੂੰ ਪੀਰੀਅਡਸ ਕਿਹਾ। ਇਹਦੇ ਵਿੱਚ ਉਹਨੇ ਆਕਸਾਈਡਸ ਬਣਾਏ ਨੇ, ਜਿਹੜੇ ਆਕਸੀਜਨ ਨਾਲ ਰਿਐਕਟ ਕਰਦੇ ਆਕਸਾਈਡਸ ਬਣਾਤੇ, ਤੇ ਹਾਈਡਰੋਜਨ ਨਾਲ ਰਿਐਕਟ ਕਰਨ ਵਾਲਿਆਂ ਨੂੰ ਹਾਈਡਰਾਈਡਸ ਬਣਾਤਾ। ਆਰ ਰਿਪਰਜੈਂਟ ਕੀਤਾ ਇਹਦੇ ਵਿੱਚ ਐਲੀਮੈਂਟ ਨੂੰ। ਜਿਵੇਂ ਫਸਟ ਇਹਦੇ ਵਿੱਚ ਹਾਈਡਰੋਜਨ ਆ, ਹਾਈਡਰੋਜਨ ਆਰ ਦੀ ਜਗ੍ਹਾ ਤੇ ਹਾਈਡਰੋਜਨ ਪੁੱਟ ਕਰਾਂਗੇ, H2O ਵਾਟਰ ਬਣਦਾ ਹੈ, ਤੇ ਇਹ ਵਾਲੀ ਆਰ ਦੀ ਥਾਂ ਤੇ H ਪੁੱਟ ਕਰਾਂਗੇ, H2 ਬਣ ਜਾਊਗਾ। ਜਿਹੜੇ ਕੰਪਾਊਂਡਸ ਬਣਾਉਂਦੇ ਸੀਗੇ ਆਕਸੀਜਨ ਤੇ ਹਾਈਡਰੋਜਨ ਨਾਲ, ਉਹਨਾਂ ਨੂੰ ਆਹ ਵਾਲੇ ਗਰੁੱਪ 'ਚ ਰੱਖਤਾ। ਤੇ ਇਹ ਵਾਲੇ ਟੇਬਲ 'ਚ ਕੁਝ ਗੈਪਸ ਵੀ ਰੱਖਦੇ ਤਾਂ ਕਿ ਜਿਹੜੇ ਬਾਅਦ ਵਿੱਚ ਡਿਸਕਵਰ ਹੋਣਗੇ ਐਲੀਮੈਂਟਸ, ਉਹਨਾਂ ਨੂੰ ਇਹਦੇ ਵਿੱਚ ਐਡਜਸਟ ਕੀਤਾ ਜਾ ਸਕੇ। ਨੈਕਸਟ ਪੜ੍ਹਨੀ ਹੈ ਮੈਰਿਟਸ। ਹੁਣ ਮੈਰਿਟਸ ਪੜ੍ਹਨੀ ਹੈ। ਮੈਰਿਟਸ ਇਹ 'ਚ ਦੱਸਣਾ ਕੀ ਅਚੀਵਮੈਂਟਸ ਕੀਤੀਆਂ ਮੈਂਡਲੀਵ ਨੇ ਤੇ ਕੀ ਪ੍ਰਾਪਤੀਆਂ ਕੀਤੀਆਂ। ਇਹਦੇ ਵਿੱਚ ਫਸਟ, ਹੀ ਕਰੈਕਟਡ ਐਟੋਮਿਕ ਮਾਸਿਸ ਆਫ ਸਰਟਨ ਐਲੀਮੈਂਟਸ। ਉਹਨੇ ਕਈ ਐਲੀਮੈਂਟਸ ਦਾ ਐਟੋਮਿਕ ਮਾਸ ਵੀ ਕਰੈਕਟ ਕੀਤਾ। ਫॉर एग्जांपल atomic mass of beryllium was corrected from 13.5 to 9.01।
ਬੈਰੀਲੀਅਮ ਦਾ ਮਾਸ ਉਹਨੇ ਕਰੈਕਟ ਕੀਤਾ ਸੀ 13.5 ਤੋਂ 9.01। ਸੈਕਿੰਡ, ਹੀ ਲੈਫਟ 3 ਗੈਪਸ ਫॉर ਅਨਡਿਸਕਵਰਡ ਐਲੀਮੈਂਟਸ। ਉਹਨੇ 3 ਗੈਪ ਛੱਡਦੇ ਸੀ ਕਿ ਜਿਹੜੇ ਐਲੀਮੈਂਟ ਹਜੇ ਡਿਸਕਵਰ ਨਹੀਂ ਹੋਏ ਸੀ ਤੇ ਉਹਨਾਂ ਨੂੰ ਨੇਮ ਦੇਤਾ ਸੀ ਏਕਾ ਬੋਰੋਨ, ਏਕਾ ਐਲੂਮੀਨੀਅਮ, ਏਕਾ ਸਿਲੀਕਨ। ਏਕਾ ਵਰਡ ਇੱਕ ਸੰਸਕ੍ਰਿਤ ਵਰਡ ਆ, ਇਹਦਾ ਮਤਲਬ ਕੀ ਆ ਕਿ ਜਿਹਦੀਆਂ ਪ੍ਰੋਪਰਟੀਜ਼ ਉਹ ਵਾਲੇ ਐਲੀਮੈਂਟ ਨਾਲ ਮਿਲਦੀਆਂ ਨੇ। ਏਕਾ ਬੋਰੋਨ ਦੀਆਂ ਪ੍ਰੋਪਰਟੀਜ਼ ਬੋਰੋਨ ਨਾਲ ਮਿਲਦੀਆਂ ਨੇ, ਏਕਾ ਐਲੂਮੀਨੀਅਮ ਦੀਆਂ ਪ੍ਰੋਪਰਟੀਜ਼ ਐਲੂਮੀਨੀਅਮ ਨਾਲ ਮਿਲਦੀਆਂ ਹੋਣਗੀਆਂ ਤੇ ਏਕਾ ਸਿਲੀਕਨ ਦੀਆਂ ਸਿਲੀਕਨ ਦੇ ਨਾਲ ਪ੍ਰੋਪਰਟੀਜ਼ ਮਿਲਦੀਆਂ ਹੋਣਗੀਆਂ। ਤੇ ਬਾਅਦ ਵਿੱਚ ਜਦੋਂ ਉਹ ਵਾਲੇ ਐਲੀਮੈਂਟਸ ਫਾਈਂਡ ਹੋ ਗਏ ਸੀ ਤਾਂ ਏਕਾ ਬੋਰੋਨ ਸੀਗਾ ਸਕੈਂਡੀਅਮ, ਏਕਾ ਐਲੂਮੀਨੀਅਮ ਸੀਗਾ ਗੈਲੀਅਮ ਤੇ ਏਕਾ ਸਿਲੀਕਨ ਜਰਮੇਨੀਅਮ। ਤੇ ਇਹ ਵਾਲੀ ਜਿਹੜੀ ਪ੍ਰੈਡਿਕਸ਼ਨ ਕੀਤੀ ਸੀਗੀ ਇਹ ਬਿਲਕੁਲ ਕਰੈਕਟ ਕੀਤੀ ਸੀਗੀ ਉਹਨਾਂ ਦੀ ਪ੍ਰੋਪਰਟੀਜ਼ ਦੇ ਅਕੋਰਡਿੰਗ। ਨੈਕਸਟ ਪੁਆਇੰਟ, ਨੋਬਲ ਗੈਸਿਸ। ਨੋਬਲ ਗੈਸਿਸ ਕਿਹੜੀਆਂ ਹੁੰਦੀਆਂ ਨੇ? ਇਹ ਨੇਚਰ 'ਚ ਘੱਟ ਹੀ ਮਿਲਦੀਆਂ ਨੇ ਤੇ ਰਿਐਕਟਿਵ ਵੀ ਘੱਟ ਹੁੰਦੀਆਂ, ਘੱਟ ਹੀ ਰਿਐਕਟਿਵ ਹੁੰਦੀਆਂ। ਨੋਬਲ ਗੈਸਿਸ ਵਿਚ ਵਰ ਡਿਸਕਵਰ ਲੇਟਰ, ਇਹਨਾਂ ਦੀ ਡਿਸਕਵਰੀ ਵੀ ਲੇਟ ਹੋਈ ਸੀ। ਕੁਡ ਬੀ ਪਲੇਸਡ ਇਨ ਹਿਸ ਟੇਬਲ ਵਿਦਾਊਟ ਡਿਸਟਰਬਿੰਗ ਦ ਐਕਚੁਅਲ ਫਾਰਮ। ਐਕਚੁਅਲ ਫਾਰਮ ਨੂੰ ਪਹਿਲਾਂ ਵਾਲੇ ਜੋ ਉਹਨੇ ਟੇਬਲ ਬਣਾਇਆ ਸੀ ਉਹਦੀ ਐਕਚੁਅਲ ਫਾਰਮ ਨੂੰ ਡਿਸਟਰਬ ਕਰੇ ਬਿਨਾਂ ਹੀ ਨੋਬਲ ਗੈਸਿਸ ਨੂੰ ਉਹਦੇ ਵਿੱਚ ਪਲੇਸ ਰੱਖ ਦਿੱਤਾ ਗਿਆ ਸੀ। ਹੁਣ ਪੜ੍ਹਨੀ ਹੈ ਡੀਮੈਰਿਟਸ ਆਫ ਮੈਂਡਲੀ ਪੀਰੀਓਡਿਕ ਟੇਬਲ। ਡੀਮੈਰਿਟਸ ਕੀ ਕਮੀਆਂ ਰਹਿ ਗਈਆਂ ਸੀਗੀਆਂ, ਕੀ ਐਕਸਪਲੇਨੇਸ਼ਨ ਨਹੀਂ ਦਿੱਤੀ ਸੀ, ਉਹ ਇਹਦੇ ਵਿੱਚ ਡਿਸਕਸ ਕਰਾਂਗੇ। ਫਸਟ, ਪੋਜੀਸ਼ਨ ਆਫ ਆਈਸੋਟੋਪਸ ਕੁਡ ਨਾਟ ਬੀ ਐਕਸਪਲੇਨਡ। ਆਈਸੋਟੋਪ ਦੀ ਪੋਜੀਸ਼ਨ ਨੂੰ ਐਕਸਪਲੇਨ ਨਹੀਂ ਕੀਤਾ ਗਿਆ ਸੀ। ਆਈਸੋਟੋਪਸ ਕੀ ਹੁੰਦੇ ਆ? ਜਿਨ੍ਹਾਂ ਦਾ ਸੇਮ ਐਟੋਮਿਕ ਨੰਬਰ ਹੁੰਦਾ ਬਟ ਡਿਫਰੈਂਟ ਮਾਸ ਨੰਬਰ। ਫॉर ਐਗਜ਼ਾਮਪਲ ਹਾਈਡਰੋਜਨ ਦਾ ਕੇਸ ਲੈ ਲਓ। ਹਾਈਡਰੋਜਨ ਵਿੱਚ 3 ਆਈਸੋਟੋਪ ਹੁੰਦੇ ਆ। ਪ੍ਰੋਟੀਅਮ ਹੁੰਦਾ, ਪ੍ਰੋਟੀਅਮ, ਡਿਊਟੀਰੀਅਮ ਤੇ ਟ੍ਰੀਟੀਅਮ। ਇਹਨਾਂ ਦੀ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਸੀ, ਇਹਨਾਂ ਨੂੰ ਐਕਸਪਲੇਨ ਨਹੀਂ ਕੀਤਾ ਗਿਆ ਸੀਗਾ ਮੈਂਡਲੀ ਪੀਰੀਓਡਿਕ ਟੇਬਲ ਦੇ ਵਿੱਚ। ਸੈਕਿੰਡ, position of hydrogen could not be assigned properly। ਹਾਈਡਰੋਜਨ ਦੀ ਪੋਜੀਸ਼ਨ ਨੂੰ ਵੀ ਅਸਾਈਨ ਪ੍ਰੋਪਰਲੀ ਨਹੀਂ ਕੀਤਾ ਗਿਆ। ਥਰਡ, atomic masses do not increase in a regular manner in going from one element to the next। atomic mass regular manner ਵਿੱਚ increase ਨਹੀਂ ਕਰ ਰਿਹਾ। ਕਈ ਥਾਵਾਂ ਤੇ ਇਹਦੇ ਵਿੱਚ ਦੇਖਿਆ ਗਿਆ ਇੱਕ ਐਲੀਮੈਂਟ ਤੋਂ ਜਦੋਂ ਨੈਕਸਟ ਐਲੀਮੈਂਟ ਵੱਲ ਜਾਂਦੇ ਆ। Fourth, many of the empty gaps remained unexplained। ਕਈ ਇਹਦੇ ਵਿੱਚ ਐਮਪਟੀ ਗੈਪਸ ਨੇ ਜਿਨ੍ਹਾਂ ਨੂੰ ਐਕਸਪਲੇਨ ਨਹੀਂ ਕੀਤਾ ਗਿਆ।